ਇੰਸਪਾਇਰ ਪੰਜਾਬ ਟੀਵੀ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਪੰਜਾਬੀ ਇੰਡਸਟਰੀ ਦੇ ਅਦਾਕਾਰ ਦਿਲਜੀਤ ਦੋਸਾਂਝ ਦੀ ਇੱਕ ਨਵੀਂ ਫਿਲਮ ਆਈ ਆ ਜੋਗੀ, ਜੋ ਕਿ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਆ। ਅੱਜ ਹਰਵਿੰਦਰ ਸਿੰਘ ਫੁਲਕਾ ਜੀ ਵੱਲੋਂ ਇਸ ਮੂਵੀ ਦੇ ਸੰਬੰਧ ਵਿੱਚ ਕੁਝ ਵਿਚਾਰ ਸ਼ੇਅਰ ਕੀਤੇ ਗਏ ਨੇ। ਆਓ ਵੀਡੀਓ ਵਿੱਚ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਮੈਂ ਅੱਜ ਗੱਲ ਕਰ ਰਿਹਾ ਜਿਹੜੀ ਇਹ ਦਿਲਜੀਤ ਦੋਸਾਂਝ ਜੀ ਦੀ ਪਿਕਚਰ ਆਈ ਹੈ ਜੋਗੀ। ਜੋਗੀ ਪਿਕਚਰ ਦੇਖ ਕੇ ਬਿਲਕੁਲ ਉਹ 1984 ਦੇ ਉਹ ਦਿਨ ਯਾਦ ਆ ਗਏ, ਜਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਲੱਭ ਕੇ ਉਹਨਾਂ ਦੇ ਘਰਾਂ 'ਚੋਂ ਕੱਢ ਕੇ ਮਾਰਿਆ ਗਿਆ, ਜਿਵੇਂ ਕਤਲੇਆਮ ਕੀਤਾ ਗਿਆ। ਇਹ ਮੂਵੀ ਦੇ ਵਿੱਚ ਤਰਲੋਕਪੁਰੀ ਦਾ ਇਲਾਕਾ ਦਿਖਾਇਆ। ਐਕਚੁਅਲ ਦੇ ਵਿੱਚ ਇਹ ਤਰਲੋਕਪੁਰੀ ਦੇ ਇਲਾਕੇ ਦੇ ਵਿੱਚ, ਇਸੇ ਇਲਾਕੇ ਵਿੱਚ ਤਕਰੀਬਨ 400 ਸਿੱਖਾਂ ਦਾ ਕਤਲ ਕੀਤਾ ਗਿਆ ਸੀ। ਇਹ ਮੂਵੀ ਚਾਹੇ ਉਹਨਾਂ ਨੇ ਉਹਦੇ ਵਿੱਚ ਲਿਖਿਆ ਕਿ ਇਟ ਇਜ਼ ਲੂਜ਼ਲੀ ਬੇਸਡ ਅਪੋਨ ਦ ਟਰੂ ਇਵੈਂਟਸ, ਬਟ ਜੇਕਰ ਮੈਂ ਦੇਖਾਂ ਤਾਂ ਇਹ ਬੜਾ ਕਲੋਜ਼ਲੀ ਟਰੂ ਇਵੈਂਟਸ ਦੇ ਨੇੜੇ ਆ। ਬਹੁਤ ਜੋ ਜਿਸ ਤਰੀਕੇ ਦੇ ਨਾਲ ਇੱਥੇ ਤਰਲੋਕਪੁਰੀ ਦੇ ਵਿੱਚ ਹੋਇਆ, ਉਹ ਇਸ ਮੂਵੀ ਦੇ ਵਿੱਚ ਡਿਪਿਕਟ ਕੀਤਾ ਗਿਆ। ਅਤੇ ਮੂਵੀ ਦੇ ਕਈ ਜਿਹੜੇ ਕੈਰੈਕਟਰ ਨੇ, ਉਹ ਜਿਹੜੇ ਉੱਥੇ ਦੇ ਰੀਅਲ ਕੈਰੈਕਟਰ ਨੇ, ਐਕਚੁਅਲ ਜਿਹੜੇ ਉੱਥੇ ਜਿਸ ਤਰ੍ਹਾਂ ਹੋਇਆ ਉਹਨਾਂ ਦੇ ਵੀ ਕਾਫੀ ਨੇੜੇ ਨੇ, ਕਾਫੀ ਨੇ। ਮੈਂ ਹੁਣੇ ਇੱਥੇ ਪੜ੍ਹ ਰਿਹਾ ਸੀ ਨੈੱਟ ਉੱਤੇ, ਕਿਸੇ ਨੇ ਲਿਖਿਆ ਕਿ ਜੀ ਇਹਨਾਂ ਨੇ ਦਿਖਾਤਾ ਕਿ ਪੁਲਿਸ ਮਦਦ ਕਰ ਰਹੀ ਸੀ, ਬਿਲਕੁਲ ਗਲਤ ਦਿਖਾਇਆ। ਦੇਖੋ, ਇਹ ਗੱਲ ਬਿਲਕੁਲ ਸਹੀ ਆ ਕਿ ਸਾਰੀ ਦਿੱਲੀ ਵਿੱਚ ਪੁਲਿਸ ਦੰਗਈਆਂ ਦੇ ਨਾਲ ਲੱਗੀ ਸੀ। ਪੁਲਿਸ ਦੰਗਈਆਂ ਦੇ ਨਾਲ ਲੱਗ ਕੇ ਸਿੱਖਾਂ ਨੂੰ ਮਾਰਨ ਵਿੱਚ ਲੱਗੀ ਸੀ। ਇਹ ਮੂਵੀ ਵਿੱਚ ਵੀ ਉਹੀ ਪਾਰਟ ਦਿਖਾਇਆ, ਪਰ ਮੂਵੀ 'ਚ ਜਿਹੜਾ ਪੁਲਿਸ ਵਾਲਾ ਦਿਖਾਇਆ ਕਿ ਪੁਲਿਸ ਵਾਲਾ ਸਿੱਖਾਂ ਦੀ ਮਦਦ ਕਰ ਰਿਹਾ ਸੀ, ਤਰਲੋਕਪੁਰੀ 'ਚ ਵੀ ਐਸਾ ਪੁਲਿਸ ਵਾਲਾ ਸੀਗਾ, ਜੁਗਤੀ ਰਾਮ, ਹੈੱਡ ਕਾਂਸਟੇਬਲ ਜੁਗਤੀ ਰਾਮ। ਜਦੋਂ ਕਿ ਬਾਕੀ ਸਾਰੇ ਤਰਲੋਕਪੁਰੀ ਦੇ ਪੁਲਿਸ ਵਾਲੇ ਸਿੱਖਾਂ ਨੂੰ ਮਾਰਨ ਲਈ ਲੱਗੇ ਹੋਏ ਸੀ, ਉਹ ਇਕੱਲਾ ਸੀਗਾ ਉਹ ਹੈੱਡ ਕਾਂਸਟੇਬਲ ਜਿਹੜਾ ਸਿੱਖਾਂ ਨੂੰ ਬਚਾਉਣ ਲਈ ਲੱਗਿਆ ਸੀ। 30 ਸਿੱਖਾਂ ਦੀਆਂ ਲੜਕੀਆਂ ਨੂੰ ਤਰਲੋਕਪੁਰੀ ਤੋਂ ਚੁੱਕ ਕੇ ਲੈ ਗਏ ਸੀ, ਨਾਲੇ ਉੱਥੇ ਚਿੱਲਾ ਪਿੰਡ ਦੇ ਵਿੱਚ ਚੁੱਕ ਕੇ ਲੈ ਗਏ ਸੀ। ਜੁਗਤੀ ਰਾਮ DCP ਕੋਲੇ ਗਿਆ ਕਿ ਮੈਨੂੰ ਜੀਪ ਦਿਓ, ਮੈਂ ਉਹ ਲੜਕੀਆਂ ਨੂੰ ਉੱਥੋਂ ਬਚਾ ਕੇ ਲੈ ਕੇ ਆਉਣਾ। DCP ਨੇ ਮਨਾ ਕਰਤਾ। DCP ਸੇਵਾਦਾਸ ਸੀ ਉਦੋਂ, ਜਿਹੜਾ ਹੁਣ ਉਦੋਂ ਬਾਅਦ 'ਚ ਦਿੱਲੀ ਦਾ ਸਪੈਸ਼ਲ ਪੁਲਿਸ ਕਮਿਸ਼ਨਰ ਬਣ ਕੇ ਰਿਟਾਇਰ ਹੋਇਆ। ਉਹਨੇ ਮਨਾ ਕਰਤਾ। ਜੋ ਉਹਨੇ ਮਨਾ ਕੀਤਾ, ਬਾਈ ਚਾਂਸ ਉਦੋਂ ਉੱਥੇ ਕੁਛ ਮੀਡੀਆ ਵਾਲੇ ਪਹੁੰਚ ਕੇ, ਇਹ 4 ਨਵੰਬਰ ਦੀ ਗੱਲ ਆ, 4 ਨਵੰਬਰ ਦੀ ਗੱਲ ਹੈ, 4 ਦਿਨ ਬਾਅਦ ਦੀ। ਬਾਈ ਚਾਂਸ ਉੱਥੇ ਮੀਡੀਆ ਵਾਲੇ ਪਹੁੰਚ ਕੇ ਅਤੇ ਉਹ DCP ਨੂੰ ਉਹਨੂੰ ਜੀਪ ਦੇਣੀ ਪਈ। ਉਹ ਜੁਗਤੀ ਰਾਮ ਜਾ ਕੇ ਉਹਨਾਂ ਪਿੰਡ ਦੇ ਵਿੱਚ ਘਰ ਦੀ ਤਲਾਸ਼ੀ ਲੈ ਕੇ, ਸਭ ਨੇ ਉਹਨੂੰ ਕਿਹਾ ਤੈਨੂੰ ਮਾਰ ਦੇਣਗੇ, ਤੈਨੂੰ ਕਰਨਗੇ, ਉਹਨੇ ਪਰਵਾਹ ਨਹੀਂ ਕੀਤੀ। 30 ਸਿੱਖਾਂ ਦੀਆਂ ਕੁੜੀਆਂ ਨੂੰ ਉੱਥੋਂ ਪਿੰਡ ਤੋਂ ਛੁਡਾ ਕੇ ਲਿਆਇਆ। ਉਸ ਜੁਗਤੀ ਰਾਮ ਨੂੰ ਬਾਅਦ 'ਚ HGPC ਨੇ ਵੀ ਉਹਦਾ ਸਨਮਾਨ ਕੀਤਾ, ਅਕਾਲ ਤਖਤ 'ਤੇ ਵੀ ਜੁਗਤੀ ਰਾਮ ਦਾ ਸਨਮਾਨ ਕੀਤਾ ਗਿਆ। ਅਤੇ ਜੁਗਤੀ ਰਾਮ ਨੂੰ ਬਾਅਦ 'ਚ ਇਹਨਾਂ ਨੇ ਦਿੱਲੀ ਪੁਲਿਸ 'ਚ ਉਹਨੂੰ ਦਿੱਲੀ ਸਨਮਾਨ ਸਿੱਖਾਂ ਵੱਲੋਂ ਕੀਤਾ ਗਿਆ, ਪਰ ਪੁਲਿਸ 'ਚ ਉਹਨੂੰ ਸਸਪੈਂਡ ਕਰ ਦਿੱਤਾ ਗਿਆ, ਕਿਉਂਕਿ ਉਹਨੇ ਆਪਣੇ ਸੀਨੀਅਰ ਦੀ ਗੱਲ ਨਹੀਂ ਮੰਨੀ, ਸਿੱਖਾਂ ਦੀ ਮਦਦ ਕੀਤੀ। ਇਸ ਤਰ੍ਹਾਂ ਦੂਜਾ ਜਿਹੜਾ ਕਰੈਕਟਰ, ਜਿਵੇਂ ਜਿਹੜਾ ਜੋਗੀ ਦਾ ਖੁਦ ਦਾ ਕਰੈਕਟਰ ਦਿਖਾਇਆ, ਉਹਨੇ ਬਾਲ ਕੱਟ ਕੇ ਸਿੱਖਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਉੱਥੇ ਇੱਕ ਮੋਹਨ ਸਿੰਘ ਸੀ ਪੀੜਤ, ਉਸਨੇ ਵੀ ਆਪਣਾ ਬਾਲ ਕੱਟ ਕੇ ਰਾਤ ਨੂੰ ਬਚਾ ਕੇ ਕਹੀਂ ਉਹ ਇੰਡੀਅਨ ਐਕਸਪ੍ਰੈਸ ਦੇ ਦਫ਼ਤਰ ਵਿੱਚ ਪਹੁੰਚਿਆ। ਇੰਡੀਅਨ ਐਕਸਪ੍ਰੈਸ ਦੇ ਦਫ਼ਤਰ 'ਚ ਆ ਕੇ ਉਹਨੇ ਸਾਰੀ ਕਹਾਣੀ ਸੁਣਾਈ। ਉੱਥੋਂ ਫਿਰ ਇੰਡੀਅਨ ਐਕਸਪ੍ਰੈਸ ਦੇ ਜਰਨਲਿਸਟ ਰਾਹੁਲ ਬੇਦੀ ਅਤੇ ਜੋਸਫ ਮਲਿਆਕਨ, ਇਹ ਤੇ ਨਾਲ ਤੋਮਰ, ਇਹ ਉੱਥੇ ਤਰਲੋਕਪੁਰੀ ਦੇ ਏਰੀਏ ਦੇ ਵਿੱਚ ਗਏ। ਉਹ ਵੀ ਮੈਂ ਤੁਹਾਨੂੰ ਉਹਨਾਂ ਦੀ ਉਹ ਦੱਸੂਗਾ, ਉਹ ਕਿਸ ਤਰ੍ਹਾਂ ਉਹਨਾਂ ਨੇ ਆ ਕੇ ਦੱਸਿਆ। ਰਾਹੁਲ ਬੇਦੀ ਨੇ ਬੜੇ ਆਰਟੀਕਲ ਲਿਖਿਆ। ਉਸਨੇ ਕਿਹਾ ਜਦੋਂ ਅਸੀਂ ਤਰਲੋਕਪੁਰੀ ਦੇ ਇਲਾਕੇ 'ਚ ਗਏ, 32 ਨੰਬਰ ਬਲਾਕ ਸੀ, ਇਹਨੂੰ 6 ਨੰਬਰ ਬਲਾਕ ਮੂਵੀ 'ਚ ਕਿਹਾ, ਬਟ ਐਕਚੁਅਲੀ ਇਹ 32 ਨੰਬਰ ਬਲਾਕ ਸੀ, ਜਿਹੜਾ ਸਿੱਖਾਂ ਦਾ ਸਿੱਖ ਮੇਨ ਰਹਿੰਦੇ ਸੀ, 30 ਅਤੇ 32 ਨੰਬਰ ਬਲਾਕ। ਉਹ ਕਹਿੰਦੇ ਇਹਨਾਂ ਦੋਨਾਂ ਬਲਾਕਾਂ ਵਿੱਚ ਆਏ ਸਿੱਖਾਂ ਦੀਆਂ ਲਾਸ਼ਾਂ ਭਰੀਆਂ ਪਈਆਂ ਸੀ ਕਿ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ। ਪੱਬਾਂ ਪਰ ਚੱਲਣਾ ਪੈਂਦਾ ਸੀ। ਸਿੱਖਾਂ ਦੀਆਂ ਲਾਸ਼ਾਂ ਨੂੰ ਕੱਟ ਕੇ ਇਸ ਤਰ੍ਹਾਂ ਕੀਤਾ ਪਿਆ ਸੀ। ਮੈਂ ਤੁਹਾਨੂੰ ਇੱਕ ਫੋਟੋ ਦਿਖਾਉਣਾ, ਐਕਚੁਅਲ ਫੋਟੋ ਆ, ਆਹ ਦੇਖ ਲਓ, ਆਹ ਫੋਟੋ, ਆਹ ਅੱਧੀ ਧੜ ਕੱਟ ਕੇ ਪਰੇ ਸੁੱਟੀ ਪਈ ਆ, ਆਹ ਲੱਤਾਂ ਕੱਟ ਕੇ ਇੱਧਰ ਸੁੱਟੀਆਂ ਪਈਆਂ। ਇਹ ਹਾਲ ਸੀ ਉੱਥੋਂ ਦੀ ਗਲੀ ਦਾ। ਉੱਥੋਂ ਦੀ ਤਰਲੋਕਪੁਰੀ ਦੀ ਇਹ ਗਲੀ ਦਾ ਇਸ ਤਰ੍ਹਾਂ ਕਰ ਕਰਕੇ ਇਹਨਾਂ ਨੇ ਮਾਰਿਆ।
त्रिलोकपुरी का एक बुच्चड़ सी कशूरी, ਉਹ ਜਿਹੜਾ ਕਸਾਈਆਂ ਵਾਲਾ ਛੁਰਾ ਹੁੰਦਾ ਨਾ ਬੱਕਰੇ ਕੱਟਣ ਵਾਲਾ, ਉਹਨੇ ਉਹ ਛੁਰੇ ਲੈ ਕੇ ਸਰਦਾਰਾਂ ਨੂੰ ਜਿਵੇਂ ਕੱਟਿਆ ਜਿਸ ਤਰੀਕੇ ਦੇ ਨਾਲ। ਔਰ ਉਹ ਬੁੱਚੜ ਸੀ ਜਿਹੜਾ ਉਹ 1995 ਦੇ ਵਿੱਚ ਜਸਟਿਸ ਢੀਂਗਰਾ, ਸ਼ਿਵ ਨਾਰਾਇਣ ਢੀਂਗਰਾ ਉਦੋਂ ਜੱਜ ਸੀ, ਉਹਨਾਂ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ, ਮੌਤ ਦੀ ਸਜ਼ਾ। ਬਾਅਦ ਦੇ ਵਿੱਚ ਉਹਦੀ ਮੌਤ ਦੀ ਸਜ਼ਾ ਨੂੰ ਲਾਈਫ ਇਨਫ੍ਰਿਜ਼ਨਮੈਂਟ ਦੇ ਵਿੱਚ ਕਨਵਰਟ ਕਰਤਾ, ਉਮਰ ਦੀ ਕੈਦ ਦੇ ਵਿੱਚ ਸੁਪਰੀਮ ਕੋਰਟ ਨੇ ਬਦਲ ਦਿੱਤਾ, ਅਤੇ ਉਹ ਉਦੋਂ 1995 ਤੋਂ ਹੁਣ ਤੱਕ ਜੇਲ੍ਹ ਬੈਠਾ। ਸਿਰਫ ਉਹ ਜੱਜ ਜਸਟਿਸ ਢੀਂਗਰਾ ਦੀ ਬਦੌਲਤ, ਉਹਦੇ ਕਰਕੇ, ਕਿਉਂਕਿ ਬਾਕੀ ਸਾਰੇ ਜੱਜ ਇਹਨਾਂ ਨੂੰ ਛੱਡ ਰਹੇ ਸੀ। ਜੱਜਿਸ ਦਾ ਵੀ ਇੰਨਾ ਬਲਕਿ ਕਿਹੋ ਜਿਹਾ ਹਾਲ ਤੁਹਾਨੂੰ ਦੱਸਾਂ, ਇਹ ਮੈਂ ਪਹਿਲੀ ਵੀਡੀਓ 'ਚ ਵੀ ਦੱਸਿਆ ਸੀ, ਬਹੁਤ ਥੋੜ੍ਹੇ ਜਿਹੇ ਜੱਜ ਸੀ ਜਿਹੜੇ ਕਿ ਇਨਸਾਫ ਦੇਣ ਵਿੱਚ ਇੰਟਰਸਟਡ ਸੀ। ਉਹਨਾਂ 'ਚੋਂ ਸੀਗਾ ਢੀਂਗਰਾ, ਉਸਨੇ ਉਹੋ ਜਿਹੇ ਬੰਦੇ ਵੀ ਸੀਗੇ। ਫਿਰ ਆ ਜਿਹੜਾ ਇਹਨਾਂ ਨੇ ਕੌਂਸਲਰ ਦਾ ਕਰੈਕਟਰ ਦਿਖਾਇਆ, ਤਿਲਕ ਰਾਜ, ਜਿਹੜਾ ਉਹ ਤਿਲਕ ਰਾਜ ਕੌਂਸਲਰ ਸੀ, ਉਹਦਾ ਕਰੈਕਟਰ ਬੜਾ ਨੇੜੇ ਆ ਉੱਥੋਂ ਦਾ ਜਿਹੜਾ ਕੌਂਸਲਰ ਸੀਗਾ ਤ੍ਰਿਲੋਕਪੁਰੀ ਦਾ, ਉਸ ਵੇਲੇ ਕਲਿਆਣਪੁਰੀ ਸੀਗੀ ਜਿਹੜੀ ਕੌਂਸਟੀਟੂਐਂਸੀ ਸੀ। ਤ੍ਰਿਲੋਕਪੁਰੀ ਕਲਿਆਣਪੁਰੀ ਦਾ ਪਾਰਟ ਸੀ। ਕਲਿਆਣਪੁਰੀ ਦਾ ਕੌਂਸਲ ਸੀਗਾ ਡਾਕਟਰ ਅਸ਼ੋਕ। ਡਾਕਟਰ ਅਸ਼ੋਕ ਆ ਕੇ ਖੁਦ ਉਹ ਖੜ ਕੇ ਉਹਨੇ ਕੋਲੇ ਸਿੱਖਾਂ ਨੂੰ ਮਰਵਾਇਆ। ਕਲਿਆਣਪੁਰੀ ਦੇ ਇਲਾਕੇ ਵਿੱਚ ਸਿੱਕਲੀ ਘਰ ਸਿੱਖ ਰਹਿੰਦੇ ਆ, ਤ੍ਰਿਲੋਕਪੁਰ ਦੇ ਬਿਲਕੁਲ ਨਾਲ ਲੱਗਦਾ। ਥਾਣਾ ਵੀ ਉਸ ਟਾਈਮ ਕਲਿਆਣਪੁਰੀ ਸੀ, ਤ੍ਰਿਲੋਕਪੁਰੀ ਸਿਰਫ ਚੌਕੀ ਸੀ। ਅਤੇ ਉਹ ਕਲਿਆਣਪੁਰੀ ਦੇ ਵਿੱਚ ਸਿੱਕਲੀ ਘਰ ਸਿੱਖ ਰਹਿੰਦੇ ਸੀ। ਸਿੱਕਲੀ ਘਰ ਸਿੱਖ ਗੁਰੂ ਸਾਹਿਬ ਦੇ ਵੇਲੇ ਤੋਂ ਸਿੱਖ ਫੌਜਾਂ ਲਈ ਹਥਿਆਰ ਬਣਾਉਂਦੇ ਸੀ, ਅਤੇ ਉਹਨਾਂ ਦੇ ਟਰਡੀਸ਼ਨ ਪਿਛਲੇ ਪੁਸ਼ਤਾਂ ਤੋਂ ਚੱਲਦਾ ਆ ਰਿਹਾ, ਅਤੇ ਉਹਨਾਂ ਨੇ ਘਰਾਂ ਵਿੱਚ ਹਥਿਆਰ ਰੱਖਣੇ ਹੁੰਦੇ ਆ। ਉਹਨਾਂ ਦੇ ਕੋਲ ਬੰਦੂਕਾਂ ਸੀਗੀਆਂ, ਉਹ ਵੀ ਲਾਇਸੈਂਸਡ ਬੰਦੂਕਾਂ। ਜਦੋਂ ਇਹ ਡਾਕਟਰ ਅਸ਼ੋਕ ਨੇ ਆ ਕੇ ਉੱਥੇ ਅਟੈਕ ਕੀਤਾ, 1 ਨਵੰਬਰ ਦੀ ਦੁਪਹਿਰ ਦੀ ਗੱਲ ਆ, ਜਦੋਂ ਉੱਥੇ ਆ ਕੇ ਅਟੈਕ ਕੀਤਾ ਅਤੇ ਉਹਨਾਂ ਨੇ ਆਪਣੀਆਂ ਬੰਦੂਕਾਂ ਕੱਢ ਲਈਆਂ। ਸਿੱਖਾਂ ਨੇ ਆਪਣੇ ਘਰਾਂ 'ਚੋਂ ਬੈਠਿਆਂ ਨੇ ਮੁਕਾਬਲਾ ਕੀਤਾ। ਮੁਕਾਬਲਾ ਕਰਕੇ ਮੌਬ 'ਚੋਂ ਇੱਕ ਬੰਦਾ ਮਾਰਿਆ ਗਿਆ, ਸਾਰਾ ਮੌਬ ਭੱਜ ਗਿਆ, ਕੋਈ ਨੇੜੇ ਨਹੀਂ ਲੱਗਿਆ। ਡਾਕਟਰ ਅਸ਼ੋਕ ਥਾਣੇ ਜਾ ਕੇ ਬੈਠ ਗਿਆ। ਉੱਥੇ DCP ਨੂੰ ਬੁਲਾਇਆ, ACP ਨੂੰ ਬੁਲਾਇਆ, SHO ਨੂੰ ਨਾਲ ਲਿਆ, ਸਾਰਿਆਂ ਨਾਲ ਲੈ ਕੇ 2 ਟਰੱਕ ਪੁਲਿਸ ਦੇ ਭਰ ਕੇ ਕਹਿੰਦਾ ਜਾ ਕੇ ਉਹਨਾਂ ਨੂੰ ਫੜ ਕੇ ਲਿਆਓ। ਪੁਲਿਸ ਗਈ, ਪੁਲਿਸ ਨੇ ਜਾ ਕੇ 25 ਸਿੱਖ ਸੀ ਜਿਹੜੇ ਪ੍ਰੋਮੀਨੈਂਟ ਸਿੱਖ ਉੱਥੋਂ ਦੇ, ਜਿਨ੍ਹਾਂ ਕੋਲ ਬੰਦੂਕਾਂ ਸੀ, 25 ਦੇ 25 ਸਿੱਖਾਂ ਦੀਆਂ ਬੰਦੂਕਾਂ ਉਹਨਾਂ ਦੀਆਂ ਖੋਲੀਆਂ, ਬੰਦੂਕਾਂ ਸੀਜ਼ ਕਰ ਲਈਆਂ। ਉਹਨਾਂ ਨੂੰ 25 ਦੇ 25 ਨੂੰ ਗ੍ਰਿਫਤਾਰ ਕਰਕੇ, ਮਤਲਬ ਕਿ ਉਸ ਟਾਈਮ ਤੱਕ ਸੈਂਕੜੇ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ। ਇੱਕ ਵੀ ਬੰਦਾ ਇਹਨਾਂ ਨੇ ਮੌਬ 'ਚੋਂ ਗ੍ਰਿਫਤਾਰ ਨਹੀਂ ਕੀਤਾ, ਕਿਸੇ ਨੂੰ ਰੋਕਿਆ ਨਹੀਂ। ਸਿੱਖਾਂ ਨੂੰ 25 ਸਿੱਖਾਂ ਨੂੰ ਗ੍ਰਿਫਤਾਰ ਕਰਕੇ ਆ ਕੇ ਇਹੋ ਥਾਣਾ ਜਿਹੜਾ ਦਿਖਾਇਆ ਗਿਆ ਹੈ ਤ੍ਰਿਲੋਕਪੁਰੀ ਕਲਿਆਣਪੁਰੀ ਦਾ, ਉਹਦੇ ਲੌਕਅਪ 'ਚ ਆ ਕੇ ਉਹਨਾਂ ਨੂੰ ਬੰਦ ਕਰਤਾ ਅਤੇ ਉਹਨਾਂ ਦੇ ਕਤਲ ਦਾ ਕੇਸ ਚਲਾਇਆ ਉਹਨਾਂ ਦੇ ਉੱਪਰ। ਅਤੇ ਉਸ ਤੋਂ ਮਗਰੋਂ ਜਦੋਂ ਉਹਨਾਂ ਨੂੰ ਫੜ ਲਿਆ ਅਤੇ ਬਾਅਦ ਦੇ ਵਿੱਚ ਇਹਨਾਂ ਨੇ ਇਸ਼ਾਰਾ ਕਰਤਾ, ਡਾਕਟਰ ਅਸ਼ੋਕ ਸ਼ਾਮ ਨੂੰ ਫਿਰ ਮੌਬ ਲੈ ਕੇ ਉੱਥੇ ਪਹੁੰਚਿਆ। ਜਿੰਨੇ ਵੱਡੇ ਬੰਦੇ ਸੀ ਸਾਰੇ ਫੜੇ ਗਏ ਸੀ, ਅਤੇ ਇਹਨਾਂ ਨੇ ਉੱਥੇ ਉਹ ਕਤਲੇਆਮ ਕੀਤਾ। 1 ਨਵੰਬਰ, 2 ਨਵੰਬਰ, 3 ਨਵੰਬਰ ਉਹ ਕਤਲੇਆਮ ਕੀਤਾ। ਉੱਥੇ ਕਲਿਆਣਪੁਰੀ ਦੇ ਇਲਾਕੇ ਵਿੱਚ 200 ਸਿੱਖ ਮਾਰੇ, ਤ੍ਰਿਲੋਕਪੁਰੀ ਦੇ ਇਲਾਕੇ ਵਿੱਚ 400 ਸਿੱਖ ਮਾਰੇ। ਅਤੇ ਉੱਥੇ ਕੀਤਾ ਕਿ ਰਾਤ ਨੂੰ ਕਲਿਆਣਪੁਰੀ ਦੇ ਪਾਰਕ ਵਿੱਚ ਸਿੱਖਾਂ ਦੀਆਂ ਕੁੜੀਆਂ ਨੂੰ ਇਕੱਠੇ ਕਰਕੇ ਬਿਠਾ ਲਿਆ। ਇਹ ਗੁੰਡੇ ਰਾਤ ਨੂੰ ਟਾਰਚਾਂ ਲੈ ਕੇ ਆਉਂਦੇ ਸੀ, ਲਾਲਟਨ ਲੈ ਕੇ ਆਉਂਦੇ ਸੀ, ਜਿਹੜੀ ਕੁੜੀ ਚੰਗੀ ਲੱਗਦੀ ਸੀ ਉਹਨੂੰ ਚੁੱਕ ਕੇ ਲੈ ਜਾਂਦੇ ਸੀ। ਇਹੋ ਜਿਹਾ ਹਾਲ ਇਹਨਾਂ ਨੇ ਕੀਤਾ। ਅਤੇ ਇਹ ਜਿਹੜਾ ਪੂਰਬੀ ਦਿੱਲੀ ਇਲਾਕਾ, ਈਸਟ ਦਿੱਲੀ ਡਿਸਟ੍ਰਿਕਟ ਆ, ਈਸਟ ਦਿੱਲੀ ਡਿਸਟ੍ਰਿਕਟ ਦੇ ਵਿੱਚ ਸਰਕਾਰੀ ਅੰਕੜਿਆਂ ਦੇ ਮੁਤਾਬਕ 1 ਅਤੇ 2 ਨਵੰਬਰ ਨੂੰ 1200 ਸਿੱਖਾਂ ਨੂੰ ਮਾਰਿਆ। 1200 ਸਿੱਖਾਂ ਨੂੰ ਸਰਕਾਰੀ ਅੰਕੜੇ ਕਹਿੰਦੇ ਆ, ਦਰਅਸਲ ਤਾਂ 2000 ਤੋਂ ਉੱਪਰ ਆ ਜੋ ਗਿਣਤੀ ਆ ਜਿਨ੍ਹਾਂ ਨੂੰ ਮਾਰਿਆ। ਅਤੇ ਸਿੱਖਾਂ ਨੂੰ 1200 ਨੂੰ ਸਰਕਾਰੀ ਅੰਕੜਿਆਂ ਮੁਤਾਬਕ ਮਾਰਤਾ, ਅਤੇ ਟੋਟਲ ਇਹਨਾਂ ਨੇ 26 ਬੰਦੇ ਗ੍ਰਿਫਤਾਰ ਕੀਤੇ ਆ 1 ਅਤੇ 2 ਨਵੰਬਰ ਨੂੰ। ਉਹ 26 ਦੇ 26 ਸਿੱਖ ਗ੍ਰਿਫਤਾਰ ਕੀਤੇ। 25 ਇਹ ਸੀਗੇ ਜਿਹੜੇ ਕਲਿਆਣਪੁਰੀ ਵਾਲੇ, ਅਤੇ ਇੱਕ ਰਾਮ ਸਿੰਘ ਉਹ ਉੱਥੇ ਹੋਰ ਏਰੀਏ 'ਚ, ਉਹਦੇ ਵੀ ਜੋ ਘਰ ਦੇ ਉੱਤੇ ਅਟੈਕ ਹੋਇਆ ਆਪਣੇ ਘਰੋਂ, ਉਹਨੇ ਗਨ ਚੁੱਕ ਕੇ ਮੌਬ ਨੂੰ ਦੇ ਉੱਤੇ ਫਾਇਰ ਕਰਨ ਲੱਗ ਗਿਆ। ਮੌਬ ਨੇੜੇ ਨਹੀਂ ਆਇਆ, ਪੁਲਿਸ ਜਾ ਕੇ ਉਹਨੂੰ ਗ੍ਰਿਫਤਾਰ ਕਰਕੇ ਲਿਆਈ। ਮਤਲਬ ਕਿ ਰਾਈਟ ਟੂ ਡਿਫੈਂਸ, ਆਪਣੇ ਪਰਿਵਾਰ ਨੂੰ ਖੁਦ ਬਚਾਉਣਾ ਵੀ ਸਿੱਖਾਂ ਤੋਂ ਖੋਲ੍ਹਿਆ ਸੀ। ਰਾਈਟ ਟੂ ਡਿਫੈਂਸ ਵੀ ਸਿੱਖਾਂ ਤੋਂ ਖੋਲ੍ਹਿਆ ਸੀ ਕਿ ਤੁਹਾਡੀ ਜੁਰਤ ਕਿਵੇਂ ਹੋਈ ਕਿ ਤੁਸੀਂ ਆਪਣੇ ਪਰਿਵਾਰ ਨੂੰ ਬਚਾਉਣ ਦੇ ਵਾਸਤੇ ਤੁਸੀਂ ਮੁਕਾਬਲਾ ਕਰਨ ਲੱਗੇ।
यही जी हालत उस टाइम दिल्ली सी। ये कल्ले इत्थे कल्याणपुरी के इलाके च नहीं, सारी दिल्ली च यही कुछ होया, सारी दिल्ली च जिथे जिथे सिखां ने मुकाबला करने की कोशिश की, उत्थे ही पुलिस वड्डी गिनती च पहुँच के जाके उस सिख नूं गिरफ्तार करके उन्होंने ले आए और उदों बाद वो घर वालों नूं मौत के हवाले करता और उन्होंने बुरा हाल किया, घर चलाए, बुरा हाल किया। उस तो मुकर सारी दिल्ली च होया। देखो सारी दिल्ली में एक भी ऐसी जगह नहीं है जिथे कि किसी नॉन सिख के घर नूं अटैक किया हो, किसी मुसलमान के घर नूं, किसी हिंदू के घर नूं, किसी क्रिश्चन के घर नूं अटैक होया हो, किते नहीं होया। सिर्फ तो सिर्फ ये सिखां के घरां ते अटैक होया, एक भी हिंदू के घरे अटैक नहीं होया, सिर्फ एक सिखां के घरे। तो ये नरसंहार, पूरा नरसंहार सी, जीनोसाइड सी सिखां दा। ते हुण तां दिल्ली हाई कोर्ट ने भी कहता कि जीनोसाइड सी, हाई कोर्ट ने भी कह दिता है। राहुल बेदी जिहड़े उत्थे पहुंचे सी उस टाइम, राहुल बेदी ने सारी कहानी अपने आर्टिकल्स अखबारां च कई आर्टिकल लिखिया, उहदे विच सारा एक्सप्लेन किया। ये जिहड़े 25 सिखां नूं गिरफ्तार किया, उत्थे उदों सीगा SHO सूरबीर सिंह त्यागी। सूरबीर सिंह त्यागी ने वो कतलेआम किया उत्थे पुलिस मॉब के नाल लग के, बहुत बड़ा कतलेआम किया। ये जदों उस तो बाद मिश्रा कमीशन बनिया, ये मई जून 1985 की गल है, जो मिश्रा कमीशन बनिया उस टाइम के उत्ते वो जिहड़े 25 सिख जिन्होंने गिरफ्तार किया सी, उदों ही वो जमानत, कई महीने जेल च रहे, उदों फिर जमानत ते आए। जमानत ते आके ये सूरबीर त्यागी ने उन्होंने बुला के कहा कि तुसीं मेरे हक दे विच एफिडेविट दिओ, ते ये ना कहो कि मैं तुहानूं गिरफ्तार करके लैके आया सी। उन्हें उन्होंने बुला के कहा, वो मेरे को आ गए, उन्होंने मैनू आके कहते, क्योंकि उदों मिश्रा कमीशन दे विच जो पीड़ितां दे एफिडेविट सी, वो जो वकीलों की साडी टीम सी, वो टीम दे विच मैं उस टीम का इंचार्ज सी। हुण जस्टिस रविंदर भट्ट जो सुप्रीम कोर्ट के इस टाइम जज ने, सुप्रीम कोर्ट इस टाइम जज है जस्टिस रविंदर भट्ट, वो भी साडी टीम के मैंबर से, वो भी बैठ के पीड़ितां दी एफिडेविट बनाउंदे हुंदे सी। ते मैं उस टीम का इंचार्ज सी। तो वो मेरे को आ गए, 1985 है जून जुलाई की गल है, वो मेरे को आए तो आके उन्होंने कहा कि जो सानू कह रहा मेरे हक में एफिडेविट दिओ। मैं क्या भी इस तरह करो, आप कोशिश करो कि उहदे कोल सानू कोई इन्फॉर्मेशन मिल सके कि ये जिहड़ियां डायरैक्शन उपरों आईयां किवें आईयां, किने आईयां, आप ये कोशिश करो। तो मैं कहा तुसीं जाके उन्होंने ये कह दिओ कि जी साडा वकील नूं तुसीं कन्विंस करा लो, उन्होंने मेरा नाम पूरा ना दसना, हरविंदर सिंह दसना, फूलका ना दसना। उन्होंने कहा कि जी उन्होंने कही साडे वकील नूं तुसीं समझा दिओ, कहे जी तुहानूं एफिडेविट चाहिए तुहाडे हक च, ते मैं असीं देण नूं तैयार हाँ। त्रिलोकपुरी जिहड़ा थाना सी कल्याणपुरी थाने दे विच उहने कहा कि अपने वकील नूं मेरे को ले आओ। कल्याणपुरी थाने दे विच मीटिंग फिक्स हुई, मैं उन्हां दे नाल गया, मेरे नाल दे 2 वकील बाहर गड्डी च बैठे सी। 1 घंटे का टाइम फिक्स होया सी कि जे मैं 1 घंटे दे विच बाहर ना आया, समझो कि उन्होंने मैनूं चुक लिया, मैनूं पहचान लिया तो मैनूं गायब करता। तो तुसीं फटाफट जिहड़े साडे सीनियर्स ने उन्होंने दस देना, कोई रेमडी एक्शन लेना हो तो ले लेना, नहीं तो पता नहीं उत्थे की होगा। यही जी उदों हालत सी। मैं जो कल्याणपुरी थाने में गया तो मेरे को पैन सी इत्थे लग्या वा, वो पैन दे विच रिकॉर्डर सी, ओहदी गल्लां मैं उहदे नाल जो पहला वो सारे नाल विच बैठ के गल्लां होईयां। उस तो बाद उसनूं मैं पुछता रहा कि दस तैनूं किहने कहा तुसीं इहनूं मारो, इन्हां नूं गिरफ्तार करो, किहने कहा की कहा, ये सारा मैं कोशिश उहनूं पुछण दी कर रहा सी, ये वाली गल। पर उहदे कोलों खबर तो सानूं काफ़ी मिल गई जो असीं बाद दे विच वरती, काफ़ी इन्फॉर्मेशन मिल गई। मैं उन्होंने ये कह रहा सी कि तू सानूं होर इन्फॉर्मेशन दे, उन्हें ज़्यादा पूरी कंप्लीट इन्फॉर्मेशन दी, पर काफ़ी मटीरियल सानूं मिल गया। तो उस तो बाद मैं उत्थों बच के निकल आया किवें ना किवें। मगरों इन्हां ने कोशिश की। अच्छा बाद जो ये साडी टीम नूं उदों सोली सराब जी मेनली हैड कर रहे सी, सिटीजन जस्टिस कमेटी, सोली सराब जी, जस्टिस तारकुंडे। सोली सराब जी बाद दे विच अटर्नी जनरल ऑफ इंडिया बनिया 2 बारी। जो सोली सराब जी नूं ये दस्सिया कि मैं इस तरह रिकॉर्ड करके आया, उन्होंने मैनू बड़े डांटिया तो कहा तू अपनी जान नूं जोखम च नहीं पाएगा, तू बिल्कुल इहो जिहा काम मेरे तो बिना पुछे नहीं करेगा। उस तो बाद ये साडे रिकॉर्डिंग बड़ी कम आई, क्योंकि उस तो मगरों इन्होंने पुलिस ने की कीता, ये कोशिश की कि मैं जाके लोगों को लालच दे के झूठियां गवाहियां लोगों को कह रहा कि दिओ, कि मैं सूरबीर त्यागी नूं जाके मिलिया, उस इंस्पैक्टर सूरबीर त्यागी नूं मैं कह रहा कि वह
ਇਹਨਾਂ ਦੇ ਜਿਹੜੇ HKL ਭਗਤ ਤੇ ਜਿਹੜੇ ਦੂਸਰੇ ਲੀਡਰ ਨੇ ਉਹਨਾਂ ਦੇ ਖਿਲਾਫ ਉਹ ਬਿਆਨ ਝੂਠੇ ਬਿਆਨ ਦੇਵੇ। ਤਾਂ ਮਤਲਬ ਕਿ ਇਹਨਾਂ ਦੀ ਪਲਾਨ ਇਹ ਸੀ 1985 ਵਿੱਚ, ਜਿਵੇਂ ਹੁਣ ਤੀਸਰਾ ਸੀਤਲਵੜ ਨੂੰ ਫੜ ਕੇ ਨਾ ਅੰਦਰ ਕੀਤਾ ਕਿ ਇਹਨੇ ਝੂਠੀਆਂ ਗਵਾਹੀਆਂ ਕਰਾਈਆਂ, ਜੇ ਕੀਤਾ ਉਹ ਕੀਤਾ, ਉਸੇ ਤਰ੍ਹਾਂ ਇਹ ਮੈਨੂੰ ਕਰਨ ਲੱਗੇ ਸੀ। ਅਤੇ ਜਦੋਂ ਉਹ ਰਿਕਾਰਡਿੰਗ ਮੈਂ ਸਾਰੀ ਦਿਖਾਈ, ਮੈਂ ਕਿਹਾ ਆਹ ਦੇਖ ਲਓ ਰਿਕਾਰਡਿੰਗ ਇਹ ਆ। ਉਸ ਰਿਕਾਰਡਿੰਗ ਦੇ ਕਰਕੇ ਉਦੋਂ ਮੈਂ ਬਚਿਆ। ਪਰ ਉਸ ਤੋਂ ਮਗਰੋਂ ਇੱਕ ਹੋਰ ਵੀ ਗੱਲ, ਇਹ ਤਰਲੋਕਪੁਰ, ਇਹ ਸਾਰਾ ਜਿਹੜਾ ਈਸਟ ਦਿੱਲੀ ਦਾ ਇਲਾਕਾ, ਇਹ HKL ਭਗਤ ਦੇ ਸਾਰੇ ਦਾ ਜੋ ਜ਼ਿੰਮੇਵਾਰ ਸੀ, ਅਸਲੀ ਜੋ ਆਰਗੇਨਾਈਜ਼ ਕੀਤਾ HKL ਭਗਤ ਨੇ ਕੀਤਾ। ਜੋ ਉਦੋਂ ਮੰਤਰੀ ਸੀਗਾ ਉਸ ਟਾਈਮ, ਉਹ ਮਿਨਿਸਟਰ ਸੀ, HKL ਭਗਤ ਨੇ ਸਾਰਾ ਆਰਗੇਨਾਈਜ਼ ਕੀਤਾ। ਸੱਜਣ ਕੁਮਾਰ ਟਰੈਕਟਰ ਤਾਂ ਉਹਦੇ ਚੇਲੇ ਸੀ ਉਦੋਂ ਉਸ ਟਾਈਮ ਦੇ ਉੱਤੇ। ਅਤੇ HKL ਭਗਤ ਨੂੰ 1995 ਦੇ ਵਿੱਚ ਇਹੋ ਜਸਟਿਸ ਢੀਂਗਰਾ ਨੇ ਉਹਦੇ ਵਾਰੰਟ ਕੱਢ ਕੇ ਉਹਨੂੰ ਜੇਲ੍ਹ ਭੇਜਿਆ। ਜਿਸ ਦਿਨ ਉਹਦੇ ਵਾਰੰਟ ਕੱਢੇ ਨਾ, ਜਿਸ ਦਿਨ ਉਹਨੂੰ ਕੋਰਟ ਵਿੱਚ ਪੇਸ਼ ਕੀਤਾ ਵਾਰੰਟ ਕੱਢਣ ਤੋਂ ਬਾਅਦ, ਉਸ ਦਿਨ ਭਗਤ ਦੇ ਨਾਲ 10,000 ਬੰਦਾ ਆਇਆ ਅਤੇ ਨਾਲ 100 ਵਕੀਲ ਸੀ ਭਗਤ ਦੇ ਨਾਲ। ਇੱਧਰੋਂ ਮੇਰੇ ਨਾਲ ਮੇਰੇ 2 ਜੂਨੀਅਰ ਪੀੜਤਾਂ ਵੱਲੋਂ ਉੱਥੇ ਕੋਰਟ 'ਚ ਬੜੀ ਗਰਮੋ ਗਰਮ ਬਹਿਸ ਹੋਈ। ਗਰਮੋ ਗਰਮ ਬਹਿਸ ਤੋਂ ਬਾਅਦ ਜਦੋਂ ਜੱਜ ਉੱਠ ਕੇ ਚਲਾ ਗਿਆ ਆਪਣੇ ਚੈਂਬਰ ਦੇ ਵਿੱਚ ਆਰਡਰ ਪਾਸ ਕਰ, ਭਗਤ ਦੇ ਟੋਲੇ 'ਚੋਂ ਮੈਨੂੰ 1-2 ਵਕੀਲਾਂ ਨੇ ਆ ਕੇ ਕਿਹਾ, ਕਿਉਂਕਿ ਉੱਥੇ ਕੋਰਟ ਵਿੱਚ ਜਾਣਦੇ ਸੀ, ਉਹਨਾਂ ਨੇ ਕਿਹਾ ਕਿ ਤੁਸੀਂ ਹੁਣ ਇੱਥੋਂ ਨਿਕਲ ਜਾਓ, ਇਸ ਜੱਜ ਨੇ ਹੁਣ ਇਹਨੂੰ ਜੇਲ੍ਹ ਭੇਜਣਾ, ਇਹਦੀ ਜ਼ਮਾਨਤ ਕੈਂਸਲ ਕਰਨੀ ਆ ਅਤੇ ਲੋਕਾਂ ਨੇ ਤੁਹਾਨੂੰ ਜਾਣ ਨਹੀਂ ਦੇਣਾ। ਅਤੇ ਉਹਦਾ ਜਿਹੜਾ ਰੀਡਰ ਸੀਗਾ, ਉਹ ਰੀਡਰ ਨੇ ਇਹ ਗੱਲ ਸੁਣ ਕੇ ਜੱਜ ਦੇ ਕਮਰੇ 'ਚੋਂ ਪਿਛਲੇ ਪਾਸੇ ਦੀ ਸਾਨੂੰ ਉੱਥੋਂ ਬਾਹਰ ਕੱਢਿਆ। ਉਹ ਜਸਟਿਸ ਢੀਂਗਰਾ ਨੇ ਉਹਨੂੰ ਉਸੇ ਟਾਈਮ ਭਗਤ ਨੂੰ ਜੇਲ੍ਹ ਭੇਜਿਆ 1995 ਵਿੱਚ। ਅਤੇ ਜੇਕਰ ਇਹ ਕੇਸ ਠੀਕ ਚੱਲਦਾ ਅਤੇ ਜਸਟਿਸ ਢੀਂਗਰਾ ਨੇ 1995 ਵਿੱਚ ਹੀ ਭਗਤ ਨੂੰ ਜਾਂ ਮੌਤ ਦੀ ਨਾ ਉਮਰ ਕੈਦ ਦੀ ਸਜ਼ਾ ਸੁਣਾਉਣੀ ਸੀ। ਪਰ ਉਦੋਂ ਹੋਇਆ ਕੀ, ਸਾਡੇ ਹੀ ਅਕਾਲੀ ਲੀਡਰਾਂ ਨੇ ਭਗਤ ਕੋਲੋਂ ਪੈਸੇ ਲੈ ਕੇ ਗਵਾਹ ਨੂੰ ਮੁਕਰਾਤਾ। ਉਹ ਵਿਚਾਰੇ ਜਸਟਿਸ ਢੀਂਗਰੇ ਨੂੰ ਵੀ ਇੱਦਾਂ ਵੀ ਬੜਾ ਬੁਰਾ ਹਾਲ ਹੋਇਆ। ਸਰਕਾਰ ਨੇ ਉਹਨੂੰ ਉਹਦੀ ਹਾਈ ਕੋਰਟ ਦੀ ਪ੍ਰਮੋਸ਼ਨ ਸੀ ਉਹਦੀ ਡਿਊ, ਉਹ ਪ੍ਰਮੋਸ਼ਨ ਰੋਕਤੀ। 2 ਸਾਲ ਉਹਨੂੰ ਹਾਈ ਕੋਰਟ ਦਾ ਜੱਜ ਨਹੀਂ ਬਣ ਦਿੱਤਾ ਇਸੇ ਕਰਕੇ। ਪਰ ਸਾਡੇ ਲੀਡਰਾਂ ਦਾ ਇਹ ਹਾਲ ਰਿਹਾ। ਮਤਲਬ ਕਿ ਜੋ ਇਹ 1984 ਦੇ ਵਿੱਚ ਜੋ ਕੁਛ ਹੋਇਆ, ਇਹ ਥੋੜ੍ਹਾ ਜਿਹਾ ਪਾਰਟ ਇੱਕ ਕੌਲੋਨੀ ਦਾ ਹਾਲ ਇਹ ਇਸ ਮੂਵੀ ਦੇ ਵਿੱਚ ਦਰਸਾਇਆ, ਪਰ ਉਹ ਬਿਲਕੁਲ ਸਹੀ ਆ, ਉਸੇ ਤਰੀਕੇ ਨਾਲ ਹੋਇਆ। ਇਹ ਇੱਕ ਤਰ੍ਹਾਂ ਦੀ ਮੈਮਰੀ ਰਿਫਰੈਸ਼ ਕਰਨ ਵਾਸਤੇ ਕਿ ਇਹ ਕੁਛ ਆ, ਇਹ ਭੁੱਲ ਨਾ ਜਾਇਓ। ਖਾਸ ਕਰਕੇ ਪੁਰਾਣੇ ਬੰਦਿਆਂ ਨੂੰ ਇਹ ਕਹਿਣ ਲਈ ਭੁੱਲ ਨਾ ਜਾਇਓ, ਭੁੱਲਣ ਵਾਲਾ ਨਹੀਂ ਹੈ, ਅਸੀਂ ਕਿਵੇਂ ਭੁੱਲ ਸਕਦੇ ਹਾਂ। ਅਤੇ ਜੇ ਨਵੀਂ ਪੀੜ੍ਹੀ ਆ ਉਹਨੂੰ ਦਿਖਾਉਣ ਲਈ ਕਿ ਇਹ ਕੁਛ ਇੱਥੇ ਦਿੱਲੀ 'ਚ ਹੋਇਆ, ਇਹ ਦੁਨੀਆ ਦੀ ਸਭ ਤੋਂ ਵੱਡੀ ਰਾਜਧਾਨੀ, ਉਹਦੀ ਕੈਪੀਟਲ ਦੇ ਵਿੱਚ ਸਿੱਖਾਂ ਨਾਲ ਇਹ ਹਾਲ ਹੋ ਰਿਹਾ ਸੀ। ਇੱਕ ਵੀ ਜਗ੍ਹਾ 'ਤੇ ਸਿੱਖ ਸੇਫ ਨਹੀਂ ਸੀ। ਬਲਕਿ ਜਿਹੜਾ ਕੌਂਸਲਰ ਦਿਖਾਇਆ ਹੈ ਜੇ ਇਸ ਤਰ੍ਹਾਂ ਦੇ ਕੌਂਸਲਰ ਕਮ ਸੇ ਕਮ 100 ਇਹ ਕਾਂਗਰਸੀ ਲੀਡਰ ਸੀਗੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਸੀ ਥਰੂ ਆਊਟ ਦਿੱਲੀ ਸਿੱਖਾਂ ਨੂੰ ਮਰਵਾਉਣ ਦੀਆਂ। ਜਿਹੜੇ ਕੇਸ 'ਚ ਹੁਣ ਸੱਜਣ ਕੁਮਾਰ ਜੇਲ੍ਹ 'ਚ ਬੰਦ ਆ, ਉਹ ਪਾਲਮ ਦਾ ਕੇਸ ਸੀ, ਦਿੱਲੀ ਕੰਢ ਦੇ ਏਰੀਆ 'ਚ ਕੇਸ ਸੀ, ਉਹ ਦੂਜਾ ਏਰੀਆ ਸੀ, ਉੱਥੇ ਵੀ ਇਹੀ ਹਾਲ ਸੀ, ਉੱਥੇ ਕੋਈ ਚੰਗਾ ਨਹੀਂ ਸੀ। ਉਹਦੇ ਵਿੱਚ ਹੁਣ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਆ ਅਤੇ ਉਹ ਜੇਲ੍ਹ ਆ। ਉਹ ਸੱਜਣ ਕੁਮਾਰ ਦੇ ਨਾਲ ਵੀ ਇੱਕ XMLA ਜੇਲ੍ਹ ਆ, ਇੱਕ ਕੌਂਸਲਰ ਜੇਲ੍ਹ ਆ, ਕਿਉਂਕਿ ਉਹਨਾਂ ਨੇ ਵੀ ਇਹੀ ਉਸ ਏਰੀਏ 'ਚ ਵੀ 400 ਤੋਂ ਜ਼ਿਆਦਾ ਸਿੱਖਾਂ ਨੂੰ ਮਾਰਿਆ ਸੀ। ਉਹ ਪਾਲਮ ਦੇ ਏਰੀਏ ਦੇ ਵਿੱਚ ਹੀ ਉਹਨਾਂ ਨੂੰ ਉਦੋਂ ਬਾਅਦ ਰਿਵਾਰਡ ਮਿਲਿਆ, MP ਦਾ ਮਿਲਿਆ, ਦੂਜੇ ਨੂੰ MLA ਦਾ ਟਿਕਟ ਮਿਲਿਆ, ਤੀਜੇ ਨੂੰ ਕੌਂਸਲਰ ਦਾ ਟਿਕਟ ਮਿਲਿਆ। ਜੋ ਟਿਕਟ ਦੀਆਂ ਗੱਲਾਂ ਕਰ ਰਹੇ ਆ ਨਾ, ਉਹੀ ਉੱਥੇ ਵੀ ਇਸੇ ਤਰ੍ਹਾਂ ਸਿੱਖਾਂ ਨੂੰ ਮਾਰ ਕੇ ਟਿਕਟ ਮਿਲੇ ਸੀ। ਅੱਜ ਉਹ ਕੌਂਸਲਰ ਵੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ, ਉਹ MLA ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ, ਉਹ ਜੇਲ੍ਹ 'ਚ ਉਹਦੀ ਮੌਤ ਹੋ ਗਈ ਹੈ, ਅਤੇ ਸੱਜਣ ਕੁਮਾਰ ਵੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ, ਜੇਲ੍ਹ 'ਚ ਹੀ ਬੈਠਾ। ਤਾਂ ਇਹ ਭੁੱਲਣ ਵਾਲੀਆਂ ਨਹੀਂ ਹਨ। ਮੈਨੂੰ ਹੁਣ ਯਾਦ ਆ ਜਦੋਂ ਮੈਂ ਆਪਣਾ ਪੋਲੀਟਿਕਸ ਛੱਡ ਕੇ ਇਹ ਕੇਸ ਨੂੰ ਕਰਨ ਲਈ ਵਾਪਸ ਆਇਆ ਸੀ, ਤਾਂ ਉਸ ਟਾਈਮ ਬੜੇ ਹੈਰਾਨ ਸੀ, ਮੀਡੀਆ ਵਾਲੇ ਵੀ ਹੈਰਾਨ ਸੀ, ਕਈ ਸਿੱਖਾਂ ਨੇ ਵੀ ਮੈਨੂੰ ਕਿਹਾ, ਕਈ ਮੇਰੇ ਸਪੋਰਟਰ ਜਿਹੜੇ ਸਿੱਖ ਸੀ ਉਹਨਾਂ ਨੇ ਕਿਹਾ ਛੱਡੋ ਜੀ, ਭੁੱਲ ਜਾਓ ਜੀ, ਇਹਨੂੰ ਕਿਹਨੇ ਪੁੱਛਣਾ, ਹੁਣ 84 ਨੂੰ ਕੌਣ ਪੁੱਛਦਾ, ਕੌਣ ਉਹਦੀ ਗੱਲ ਕਰਦਾ। ਪਰ ਇਹ ਭੁੱਲਣ ਵਾਲੀਆਂ ਨਹੀਂ ਹਨ, ਪਹਿਲਾ ਘੱਲੂਘਾਰਾ, ਦੂਜਾ ਘੱਲੂਘਾਰਾ ਸੀ, ਅੱਜ ਤੱਕ ਨਹੀਂ ਭੁੱਲੇ। ਇਹ ਤੀਜਾ ਘੱਲੂਘਾਰਾ ਕਿਵੇਂ ਭੁੱਲ ਜਾਣਗੇ? ਇਹ ਦੋਸ਼ੀ ਆ, ਜਿਨ੍ਹਾਂ ਨੇ ਇਹ ਕੁਛ ਕੀਤਾ, ਉਹਨਾਂ ਨੂੰ ਕਮ ਸੇ ਕਮ ਉਹਨਾਂ ਦੀ ਜ਼ਿੰਦਗੀ ਉਸੇ ਤਰ੍ਹਾਂ ਸਾਰੀ ਹਰਾਮ ਕਰਕੇ ਰੱਖਾਂਗੇ। ਉਹਨਾਂ ਨੂੰ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰੀਏ ਕਿ ਜਿੰਨਿਆਂ ਨੂੰ ਮੈਕਸਿਮਮ ਸਜ਼ਾ ਹੋ ਸਕਦੀ ਹੈ। ਕਈਆਂ ਨੂੰ ਸਜ਼ਾ ਹੋਈ ਹੈ, ਬਾਕੀਆਂ ਨੂੰ ਜਿੰਨਿਆਂ ਨੂੰ ਸਜ਼ਾ ਹੋ ਸਕਦੀ ਹੈ
ਆਪਾਂ ਤਾਂ ਕੋਸ਼ਿਸ਼ ਕਰੀਏ ਆਪਣੀਆਂ ਕੋਸ਼ਿਸ਼ਾਂ ਦਾ ਨਤੀਜਾ ਕਿ ਦੂਜੀ ਵਾਰੀ ਜਿਹੜੇ ਸਾਰੇ ਕੇਸ ਖੋਲ੍ਹੇ ਆਪਣੀਆਂ ਕੋਸ਼ਿਸ਼ਾਂ ਦਾ ਨਤੀਜਾ ਇੱਕ ਹਫ਼ਤਾ ਪਹਿਲਾਂ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਨੇ ਕਿਹਾ ਕਿ ਨੇਸ਼ਨ ਇਜ਼ ਸਟਿਲ ਬਲੀਡਿੰਗ। ਇੱਕ SHO ਜਿਹਦੇ ਖਿਲਾਫ ਕਾਰਵਾਈ ਹੋਈ ਸੀ, SHO ਨੇ ਆ ਕੇ, ਉਦੋਂ ਉਹ SHO ਸੀ, ਉਹਦੇ ਖਿਲਾਫ ਐਲੀਗੇਸ਼ਨ ਸੀ ਕਿ ਇਹਨੇ ਮੌਤ ਦੀ ਮਦਦ ਕਰਕੇ ਸਿੱਖਾਂ ਨੂੰ ਮਾਰਿਆ। ਉਹਦੇ ਅਗੇਂਸਟ ਜੋ ਕਾਰਵਾਈ ਕੀਤੀ ਗਈ ਸੀ, ਡਿਸਪਲਿਨਰੀ ਪ੍ਰੋਸੀਡਿੰਗ ਚੱਲ ਰਹੀਆਂ, ਉਹ ਕੋਰਟ ਵਿੱਚ ਆਇਆ ਕਿ ਮੈਂ ਤਾਂ ਹੁਣ 79 ਈਅਰ ਦਾ 80 ਸਾਲ ਦਾ ਹੋ ਗਿਆ ਤੇ ਮੇਰੇ ਅਗੇਂਸਟ ਇਹ ਪ੍ਰੋਸੀਡਿੰਗ ਖਤਮ ਕਰ ਦਿੱਤੀਆਂ ਜਾਣ। ਚੀਫ ਜਸਟਿਸ ਨੇ ਕਿਹਾ ਚਾਹੇ 100 ਸਾਲ ਦਾ ਹੋ ਜਾ, ਨੇਸ਼ਨ ਇਜ਼ ਸਟਿਲ ਬਲੀਡਿੰਗ ਐਂਡ ਦੈਟ ਇਜ਼ ਟਰੂ, ਨੇਸ਼ਨ ਇਜ਼ ਸਟਿਲ ਬਲੀਡਿੰਗ। ਸਭ ਤੋਂ ਵੱਡੀ ਗੱਲ ਅੱਜ ਇਹ ਰੈਕਗਨਾਈਜ਼ ਕਰਨ ਲੱਗੀਆਂ ਕੋਰਟਸ ਅੱਜ ਕਿ ਨੇਸ਼ਨ ਇਜ਼ ਸਟਿਲ ਬਲੀਡਿੰਗ ਤੇ ਇਹਦਾ ਇਨਸਾਫ ਹੋਣਾ ਚਾਹੀਦਾ। ਸੱਜਣ ਕੁਮਾਰ ਦੇ ਖਿਲਾਫ ਜਿਹੜਾ ਦੂਜਾ ਕੇਸ ਆ ਉਹ ਇਸ ਟਾਈਮ ਚੱਲ ਰਿਹਾ, ਆਰਗੂਮੈਂਟ ਉਹ ਸ਼ੁਰੂ ਹੋ ਗਏ। ਤੋ ਇਸ ਕਰਕੇ ਇਹਨਾਂ ਨੂੰ ਛੱਡਣਾ ਨਹੀਂ, ਭੁੱਲਣਾ ਨਹੀਂ, ਬਖਸ਼ਣਾ ਨਹੀਂ। ਮੈਂ ਦਿਲਜੀਤ ਦੋਸਾਂਝ ਤੇ ਅਬਾਸ ਅਲੀ ਜਫਰ ਤੇ ਉਹਨੇ ਸਾਰੀ ਟੀਮ ਦਾ ਬੜਾ ਧੰਨਵਾਦੀ ਹਾਂ ਜਿਹੜਾ ਇਹਨਾਂ ਨੇ ਇਹ ਲਿਆ ਕੇ ਮੈਮਰੀ ਰਿਫਰੈਸ਼ ਕਰਤੀ ਆ ਲੋਕਾਂ ਦੀ। ਇਹ ਦਿਖਾਤਾ ਕਿ ਇਸ ਤਰ੍ਹਾਂ ਇਹ ਕਤਲੇਆਮ ਹੋਇਆ ਸੀ। ਇਹ ਚਾਹੇ ਮੂਵੀ ਫਿਕਸ਼ਨ ਆ, ਇੱਕ ਕਲਪਨਾ, ਪਰ ਇਹ ਕਲਪਨਾ ਸੱਚਾਈ ਦੇ ਬਹੁਤ ਨੇੜੇ ਆ, ਬਹੁਤ ਕਲੋਜ਼ ਆ। ਮੈਂ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਆਪ ਵੀ ਦੇਖੋ, ਆਪਣੇ ਬੱਚਿਆਂ ਨੂੰ ਵੀ ਦਿਖਾਓ। ਇਹ ਨਾ ਕਿਹੋ ਕਿ ਜੀ ਬੜੀ ਕਤਲੇਆਮ ਆ, ਇਹਦੇ 'ਚ ਬੱਚੇ ਨਹੀਂ ਦੇਖ ਸਕਦੇ। ਬੱਚਿਆਂ ਨੂੰ ਪਤਾ ਹੋਣਾ ਚਾਹੀਦਾ, ਬੱਚਿਆਂ ਦੇ ਨਾਲ ਵੀ ਇਹ ਬੁਰਾ ਹਾਲ ਹੋਇਆ। ਬੱਚਿਆਂ ਨੂੰ, ਸਾਡਿਆਂ ਨੂੰ ਪਤਾ ਹੋਣਾ ਚਾਹੀਦਾ, ਅਗਲੀ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ। ਤੇ ਜਿਹੜੇ ਤੁਹਾਡੇ ਯਾਰ ਦੋਸਤ ਨੇ, ਦੂਜੀ ਕਮਿਊਨਿਟੀ ਦੇ ਵੀ ਯਾਰ ਦੋਸਤ ਨੇ, ਉਹਨਾਂ ਨੂੰ ਵੀ ਨਾਲ ਲੈ ਕੇ ਜਾਓ, ਉਹਨਾਂ ਨੂੰ ਵੀ ਦਿਖਾਓ ਕਿ ਆਹ ਵੀ ਦਿਨ ਸੀਗੇ, ਇਹੋ ਜਿਹੇ ਦਿਨ ਜੋ ਕਿ ਸਿੱਖਾਂ ਦੇ ਨਾਲ ਇਹ ਜੋ ਹੋਇਆ। ਤੇ ਨਾਲੇ ਆਪਾਂ ਇਹ ਨਾ ਕਦੇ ਭੁੱਲੇ ਆ, ਨਾ ਭੁੱਲ ਸਕਦੇ ਆ। ਤੇ ਜਿੰਨੀ ਦੇਰ ਇਹਨਾਂ ਲੋਕਾਂ ਨੂੰ ਅਸੀਂ ਸਜ਼ਾਵਾਂ ਨਹੀਂ ਦਿੰਦੇ, ਉਨੀ ਦੇਰ ਚੁੱਪ ਨਹੀਂ ਬੈਠਾਂਗੇ, ਕੋਸ਼ਿਸ਼ ਕਰਦੇ ਰਹਾਂਗੇ, ਲੜਾਈ ਜਾਰੀ ਰਹੂਗੀ। ਤੇ ਮੈਂ ਬਾਲੀਵੁੱਡ ਦੇ 1-2 ਫਿਲਮਾਂ ਤਾਂ ਹੋਰ ਬਣ ਰਹੀਆਂ, ਮੈਨੂੰ ਪਤਾ ਉਹਦਾ। ਤੇ ਬਾਲੀਵੁੱਡ ਮੈਂ ਬਾਕੀਆਂ ਨੂੰ ਵੀ ਕਹਿਣਾ, ਦੂਜਿਆਂ ਨੂੰ ਵੀ ਬੇਨਤੀ ਕਰਦਾ ਕਿ ਬਹੁਤ ਇਸ ਤਰ੍ਹਾਂ ਦੀਆਂ ਟਰੂ ਸਟੋਰੀਜ਼ ਨੇ ਜਿਹਦੇ ਬੇਸ 'ਤੇ ਫਿਲਮ ਬਣ ਸਕਦੀਆਂ। ਇਹ ਫਿਲਮ ਇੱਕ ਬਹੁਤ ਵਧੀਆ ਮੀਡੀਆ ਹੁੰਦਾ ਇਹ ਦਰਸਾਉਣ ਦਾ। ਮੈਂ ਦੂਜੇ ਵੀ ਬਾਲੀਵੁੱਡ ਦੇ ਡਾਇਰੈਕਟਰ, ਪ੍ਰੋਡਿਊਸਰਸ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਓ ਤੇ ਇਹ ਦਿਖਾਓ ਕਿ ਇੱਥੇ ਇਸ ਕੀ ਹੋ ਰਿਹਾ ਸੀ, ਦਿੱਲੀ ਵਿੱਚ ਕੀ ਹੋ ਰਿਹਾ ਸੀ। ਸਾਰਿਆਂ ਦਾ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਫਿਰ ਮੇਰਾ ਇਹ ਜੋਗੀ ਫਿਲਮ ਦੀ ਟੀਮ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਬੇਨਤੀ ਕਿ ਇਹ ਪਿਕਚਰ ਨੂੰ ਜ਼ਰੂਰ ਦੇਖੋ। ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।